ठीक है जी। सो कंपोजिशन ऑफ टू परपेंडिकुलर सिंपल हार्मोनिक मोशंस ऑफ सेम टाइम पीरियड। सो ਇਹਨੂੰ ਆਪਾਂ एनालिटिकल मैथड ਦੇ ਨਾਲ ਸਟੱਡੀ ਕਰਾਂਗੇ। ਸਭ ਤੋਂ ਪਹਿਲਾਂ एनालिटिकल मैथड, ਉਸ ਤੋਂ ਬਾਅਦ ग्राफिकल मैथड ਆਏਗਾ ਬੇਟਾ। एनालिटिकल मैथड ਦੇ ਵਿੱਚ ਆਪਾਂ ਇਕੁਏਸ਼ਨ ਦੇ ਥਰੂ ਸੋਲਵ ਕਰਾਂਗੇ ਕਿ ਆਪਣੇ ਕੋਲ ਕਿਹੜੀ ਕਿਹੜੀ ਕਨਫੀਗਰੇਸ਼ਨ ਬਣੇਗੀ। ਸੋ ਆਪਾਂ ਕੀ ਲਿਖਿਆ ਹੋਇਆ ਬੇਟਾ ਆਪਣੇ ਕੋਲ, if two simple harmonic motions have a phase difference phi then their instantaneous displacements may be expressed as। ਹੁਣ ਆਪਣੇ ਕੋਲ ਕੀ ਹੈ ਬੇਟਾ, ਅਗਰ ਆਪਣੇ ਕੋਲ ਸੇਮ ਟਾਈਮ ਪੀਰੀਅਡ ਦਿੱਤਾ ਹੋਇਆ ਤਾਂ ਆਪਣੇ ਕੋਲ ਕੀ ਹੋਏਗਾ, ਐਂਗੂਲਰ ਫ੍ਰੀਕੁਐਂਸੀ ਵਿਲ ਬੀ ਦੀ ਸੇਮ। ਐਟ ਮੋਸਟ ਉਹਨਾਂ ਦੇ ਵਿੱਚ ਕੀ ਹੋ ਸਕਦਾ ਹੈ, ਹੁਣ ਓਮੇਗਾ ਦੋਨਾਂ ਦਾ ਸੇਮ ਹੈ ਤਾਂ ਉਹਦੀ ਕੋਰਸਪੋਂਡਿੰਗ ਆਪਣੇ ਕੋਲ ਕੀ ਹੋਏਗਾ, ਦੋਨਾਂ ਵਿਚਕਾਰ ਫੇਜ਼ ਡਿਫਰੈਂਸ ਹੋ ਸਕਦਾ ਹੈ। One will be having initial phase phi and another one will be having a initial phase phi that is equal to 0। ਇਹਨਾਂ ਦੋਨਾਂ ਵਿਚਕਾਰ ਉਹ ਕੀ ਹੋ ਸਕਦਾ ਹੈ, ਇੱਕ ਸਿੰਪਲ ਹਾਰਮੋਨਿਕ ਮੋਸ਼ਨ ਜਿਹੜਾ ਹੈ that is having amplitude A and second one is having amplitude B। ਸੋ ਇਹਨਾਂ ਵਿਚਕਾਰ at the most ਇੰਨਾ ਕੀ ਫਰਕ ਹੋ ਸਕਦਾ, ਜ਼ਿਆਦਾ ਫਰਕ ਨਹੀਂ ਹੋਏਗਾ। ਸੋ ਇਹਨਾਂ ਦੋਨਾਂ ਨੂੰ ਆਪਾਂ ਸਾਈਮਲਟੇਨੀਅਸਲੀ ਸੋਲਵ ਕਰਨ ਦੀ ਗੱਲ ਕਰਾਂਗੇ ਬੇਟਾ। sin of omega t ਦੀ ਵੈਲਿਊ ਤੁਸੀਂ ਲਿਖ ਸਕਦੇ ਹੋ y divided by b ਹੋਏਗਾ ਅਲਟੀਮੇਟਲੀ, ਐਂਡ ਉਸ ਦੇ ਵਿੱਚੋਂ cos omega t ਕੱਢਣ ਦੀ ਕੋਸ਼ਿਸ਼ ਕਰਾਂਗੇ ਬਿਕਾਜ਼ sin square omega t sin square theta plus cos square theta is always equal to 1। ਉਹਦੇ ਕੋਰਸਪੋਂਡਿੰਗ ਤੁਹਾਡੇ ਕੋਲ ਜਿਹੜਾ ਆਨਸਰ ਆਏਗਾ cos omega t ਦਾ, it will be square root 1 minus sin square omega t। तो sin square omega t ਦੀ ਵੈਲਿਊ ਜਿਹੜੀ ਫਾਈਂਡ ਆਊਟ ਕੀਤੀ ਹੋਈ ਹੈ y divided by b, ਤੁਸੀਂ ਵੈਲਿਊ ਵਗੈਰਾ ਫਿਲ ਆਊਟ ਕਰਕੇ ਦੇਖ ਸਕਦੇ ਹੋ। ਸੋ ਜਿਹੜੀ ਉੱਪਰ ਵਾਲੀ ਇਕੁਏਸ਼ਨ ਹੈ 1.105, ਇਸ ਨੂੰ ਤੁਸੀਂ ਓਪਨ ਅਪ ਕਰ ਸਕਦੇ ਹੋ ਬੇਟਾ। ਅਲਟੀਮੇਟਲੀ x ਕੀ ਹੋ ਜਾਏਗਾ, this is sin a plus b, so it will be sin a cos b plus cos a sin b ਦੇ ਬਰਾਬਰ ਹੋ ਜਾਏਗਾ ਬੇਟਾ। ਸੋ ਇਸ ਚੀਜ਼ ਨੂੰ ਤੁਸੀਂ ਸੋਲਵ ਕਰ ਸਕਦੇ ਹੋ ਜਿਸ ਤਰ੍ਹਾਂ ਆਪਾਂ ਇਸ ਚੀਜ਼ ਨੂੰ ਸੋਲਵ ਕੀਤਾ y ਵਾਲੀ ਇਕੁਏਸ਼ਨ ਨੂੰ। ਸੋ x divided by a ਆ ਜਾਏਗਾ ਤੁਹਾਡੇ ਕੋਲ, ਅਲਟੀਮੇਟਲੀ ਰਾਈਟ ਹੈਂਡ ਸਾਈਡ ਦੇ ਉੱਪਰ ਸੇਮ ਥਿੰਗ ਰਹੇਗੀ। ਉਸ ਚੀਜ਼ ਨੂੰ ਸੋਲਵ ਕਰਨ ਦੇ ਲਈ ਹੁਣ sin of omega t and cos of omega t ਦੀ ਵੈਲਿਊ ਜਿਹੜੀ ਆਪਾਂ ਫਿਲ ਆਊਟ ਕੀਤੀ ਹੋਈ ਹੈ, ਫਾਈਂਡ ਆਊਟ ਕੀਤੀ ਹੈ, sin of omega t is equal to y divided by b, ਇਹਦੀ ਵੈਲਿਊ ਇੱਥੇ ਫਿਲ ਕਰ ਦਿਓ ਐਂਡ cos omega t ਦੀ ਵੈਲਿਊ ਇੱਥੇ ਫਿਲ ਕਰ ਦਿਓ ਤਾਂ ਅਲਟੀਮੇਟਲੀ ਆਪਣੇ ਕੋਲ ਇਹ ਵਾਲੀ ਇਕੁਏਸ਼ਨ ਅਟੇਨ ਹੋ ਜਾਏਗੀ। ਸੋ ਆਪਾਂ ਕੀ ਕਰਾਂਗੇ ਬੇਟਾ, ਸਕੁਅਰ ਰੂਟ ਵਾਲੀ ਟਰਮ ਜਿਹੜੀ ਹੈ ਇੱਕ ਸਾਈਡ ਤੇ ਰੱਖਾਂਗੇ ਬਿਕਾਜ਼ ਇਹ ਅਦਰਵਾਈਜ਼ ਇਹਨੂੰ ਸੋਲਵ ਕਰਨਾ ਮੁਸ਼ਕਿਲ ਹੋ ਜਾਏਗਾ। ਸੋ ਅਸੀਂ ਜਿਹੜੀ ਸਕੁਅਰ ਰੂਟ ਵਾਲੀ ਟਰਮ ਹੈ ਇੱਕ ਸਾਈਡ ਤੇ ਰੱਖੀ ਜਾਏਗੀ, sin of phi ਦੇ ਨਾਲ ਜਿਹੜੀ ਸਕੁਅਰ ਰੂਟ ਵਾਲੀ ਟਰਮ ਹੈ ਵਨ ਸਾਈਡ, ਬਾਕੀ ਸਾਰੇ ਦਾ ਸਾਰਾ ਫੈਕਟਰ xy by a minus y divided by b cos of y ਦੂਸਰੀ ਸਾਈਡ ਤੇ ਲੈ ਜਾਵਾਂਗੇ ਐਂਡ ਇਹਨਾਂ ਦਾ ਆਪਾਂ ਬੋਥ ਸਾਈਡ ਸਕੁਅਰ ਕਰ ਦਾਂਗੇ ਤਾਂ ਕਿ ਆਪਣਾ ਸਕੁਅਰ ਰੂਟ ਖਤਮ ਹੋ ਜਾਏ। ਠੀਕ ਹੈ ਜੀ। ਸੋ ਸਕੁਅਰ ਰੂਟ ਖਤਮ ਹੋ ਜਾਏਗਾ, ਉਹਦੇ ਨਾਲ ਆਪਣੇ ਕੋਲ ਕੀ ਹੋਏਗਾ, a ਸਕੁਅਰ plus b square minus 2ab ਵਾਲਾ ਫਾਰਮੂਲਾ ਆਪਾਂ ਇੰਪਲੀਮੈਂਟ ਕਰਾਂਗੇ। ਸੋ a minus b ਦਾ ਹੋਲ ਸਕੁਅਰ ਦਾ ਫਾਰਮੂਲਾ ਇੰਪਲੀਮੈਂਟ ਕਰਾਂਗੇ ਤਾਂ ਕੀ ਹੋ ਜਾਏਗਾ, ਉਹਦੇ ਕੋਰਸਪੋਂਡਿੰਗ ਆਪਣੇ ਕੋਲ ਰਿਜ਼ਲਟ ਆਣਗੇ। ਠੀਕ ਹੈ ਜੀ। ਸੋ ਇਹਦੇ ਕੋਰਸਪੋਂਡਿੰਗ ਆਪਣੇ ਕੋਲ ਜਿਹੜੀ ਇਕੁਏਸ਼ਨਸ ਦਿੱਤੀਆਂ ਹੋਈਆਂ ਨੂੰ ਆਪਾਂ ਸਿੰਪਲੀਫਾਈ ਕਰਨ ਦੀ ਗੱਲ ਕਰਾਂਗੇ। ਹੁਣ y divided by y square by b square into cos square theta and cos square phi ਹੈ ਤੇ ਕੀ y square divided by b square sin square phi ਹੈ। ਇਹ ਜਦੋਂ ਲੈਫਟ ਹੈਂਡ ਸਾਈਡ ਦੇ ਉੱਪਰ ਆਏਗਾ ਤਾਂ sin square phi plus cos square phi equal to 1 ਹੋ ਜਾਏਗਾ, ਬਾਕੀ ਸਾਰਾ ਪਾਰਟ y square by b square ਹੀ ਬਚੇਗਾ। So ultimately ਆਪਣੇ ਕੋਲ ਇਸ ਤਰ੍ਹਾਂ ਦੀ ਇਕੁਏਸ਼ਨ ਬਚਦੀ ਹੈ, that is equation number 107। So the equation represents the path described by the particle under the action of two simple harmonic motions of the same time period। So अगर दो simple harmonic motion है which are having some phase relationship, ਤਾਂ ਉਸ ਕੇਸ ਦੇ ਵਿੱਚ ਜਿਹੜਾ relationship ਹੈ, ਜਿਹੜੀ ਇਕੁਏਸ਼ਨ ਗਵਰਨ ਹੁੰਦੀ ਹੈ, ਕਪਲਡ ਜਿਹੜੀ ਸਿਚੁਏਸ਼ਨ ਬਣਦੀ ਹੈ, that is given by equation number 107। ਸੋ ਇਹਦਾ ਮਤਲਬ ਕੀ ਹੋਏਗਾ, whether it will lead to a straight line, whether it will lead to ellipse, whether it will lead to a circle, ਦੀ ਕੀ ਫੰਡਾ ਬਣਾਏਗਾ ਕਿਸ ਤਰ੍ਹਾਂ ਮੋਸ਼ਨ ਐਕਸੀਕਿਊਟ ਕਰਨਗੇ। So it is the equation of a oblique ellipse। So ये ਜਿਹੜੀ ਇਕੁਏਸ਼ਨ ਹੈ oblique ellipse ਦੀ ਇਕੁਏਸ਼ਨ ਹੁੰਦੀ ਹੈ। ਅਗਰ ਆਪਾਂ ellipse ਨੂੰ ਸਿੰਪਲੀਫਾਈ ਫਾਰਮ ਦੇ ਵਿੱਚ ਲਿਖਣਾ ਚਾਹੀਏ, ਫਿਲਹਾਲ ਦੀ ਘੜੀ ਜਿਹੜਾ ਤੁਸੀਂ ਸਿੰਪਲ ellipse ਪੜਿਆ ਹੋਇਆ ਤਾਂ ਉਹ that is x square divided by a square plus y square divided by b square which is equal to 1। So that is ਉਹ ਜਿਹੜੀ semi major and semi vertical axis ਹੁੰਦੀਆਂ ਉਹਨਾਂ ਨੂੰ ਆਪਾਂ horizontally and vertical axis ਦੇ ਨਾਲ coincide ਕਰਵਾ ਦਿੰਦੇ ਹਾਂ, ਲੇਕਿਨ ਇਹ oblique ellipse ਹੋ ਜਾਂਦਾ ਬੇਟਾ। और oblique ellipse की जो गल करांगे ਇਹਦੇ ਵਿੱਚ ਆਪਾਂ ਫੇਜ਼ ਨੂੰ ਫਾਈਂਡ ਆਊਟ ਕਰਨ ਦੀ ਗੱਲ ਕਰਾਂਗੇ ਕਿ ਫੇਜ਼ ਅਗਰ ਬਿਲਕੁਲ ਹੀ ਜ਼ੀਰੋ ਹੈ, ਮਤਲਬ ਦੋਨੋਂ ਜਿਹੜੇ ਸਿੰਪਲ ਹਾਰਮੋਨਿਕ ਮੋਸ਼ਨ ਹੈ ਸੇਮ ਫੇਜ਼ ਦੇ ਵਿੱਚ ਐਕਟ ਕਰਦੇ ਪਏ ਤਾਂ ਉਸ ਵੇਲੇ ਕੀ ਹੋਏਗਾ, ਅਗਰ ਫੇਜ਼ ਡਿਫਰੈਂਸ π/4 ਹੋ ਜਾਏਗਾ ਤਾਂ ਕੀ ਹੋਏਗਾ, π/2 ਹੋਏਗਾ ਜਾਂ π ਹੋਏਗਾ ਤਾਂ ਕੀ ਰਿਜ਼ਲਟ ਬਣਨਗੇ। So this is the equation of an oblique ellipse। The ellipse is contained within the rectangle of area 2a and 2b, and then the inclination of its major and axis and the x-axis will depend on the angle of phi। So inclination कितनी होएगी, because oblique ਦੀ ਗੱਲ ਆਂਦੀ ਹੈ, ਇਹ horizontal and vertical axis ਦੇ ਨਾਲ ਜਿਹੜੀ ellipse ਦੀ axis coincide ਨਹੀਂ ਕਰਨਗੀਆਂ। It will be having some inclination with respect to horizontal axis that may be related to theta or phi। तो सब तो पहला केस बेटा when phi is equal to 0 such that कि अपने को दोनों ही
x is equal to a sin omega t आ गया and y is also equal to a b sin omega t. So सिर्फ एम्पलीट्यूड ਦਾ फर्क रह गया and ultimately ਜਿਹੜਾ phase difference ਸੀ that was turned out to be 0. तो phase difference कोई नहीं है, दोनों ਜਿਹੜੇ simple harmonic motion है in phase act ਕਰਦੇ ਪਏ। तो उस केस ਦੇ ਵਿੱਚ ਕੀ ਹੋ ਗਿਆ sin of phi ਦੀ corresponding ਕੀ ਹੋ ਗਿਆ, अगर sin of 0 is equal to 0 and cos of 0 is equal to 1 ਤਾਂ ਇਹਦੇ ਵਿੱਚ ਵੈਲਿਊ ਵਗੈਰਾ ਫਿਲ ਕਰੋ ਤਾਂ ਅਲਟੀਮੇਟਲੀ ਤੁਹਾਡੇ ਕੋਲ ਇਸ ਤਰ੍ਹਾਂ ਦੀ ਇਕੁਏਸ਼ਨ ਆਏਗੀ। तो ਤੁਸੀਂ ਇਹਨੂੰ ਸਿੰਪਲੀਫਾਈ ਕਰ ਸਕਦੇ ਹੋ x divided by a minus y divided by b ਦਾ ਹੋਲ ਸਕੁਅਰ ਆ ਗਿਆ ਬੇਟਾ। so it can be simply rewritten in the form by x plus minus x divided by a minus y divided by b is equal to 0 or you can simply say y is equal to mx ਦੀ ਇਕੁਏਸ਼ਨ ਬਣੇਗੀ ਬੇਟਾ, that is a straight line। so ਇਸ ਤਰ੍ਹਾਂ ਦੀ ਇਕੁਏਸ਼ਨ ਤੁਹਾਡੇ ਕੋਲ ਬਣੇਗੀ। the equation represents a set of two coincident straight lines passing through the region and having the slope b divided by a and lying in the first and third quadrant as shown in the figure। तो ये वाली ਜਿਹੜੀ ਇਕੁਏਸ਼ਨ ਹੋਏਗੀ ਇਹ ਸੀधा ਜਿਹੜਾ ਸੋਲੂਸ਼ਨ ਹੋਏਗਾ ਫਸਟ ਐਂਡ ਥਰਡ ਕੁਆਡਰੈਂਟ ਚ ਲਾਈ ਕਰੇਗਾ ਐਂਡ ਜਿਹੜਾ ਐਂਗਲ ਬਣਾਏਗਾ ਉਹ ਆਪਾਂ ਦੇਖ ਸਕਦੇ ਹਾਂ ਕਿ ਥੀਟਾ ਐਂਗਲ ਬਣੇਗਾ। ठीक है जी। सो ਜਿਹੜੀ ਸੈਮੀ ਜਿਹੜੀ ਹੌਰੀਜ਼ੌਂਟਲ ਐਂਡ ਵਰਟੀਕਲ ਐਕਸਿਸ ਹੋਣਗੀਆਂ that will be 2a and 2b ਜਿਹੜੀ ਹੈਗੇ ਟੋਟਲ ਐਕਸਿਸ ਬਣ ਜਾਣਗੇ, ਸੈਮੀ ਮੇਜਰ ਐਂਡ ਸੈਮੀ ਜਿਹੜਾ ਮਾਈਨਰ ਐਕਸਿਸ ਉਹਦੇ ਕੋਰਸਪੋਂਡਿੰਗ ਰਿਜ਼ਲਟ ਆਉਣਗੇ। सो अगर अपने को π/4 आ गया तो ਉਹਦੇ ਕੇਸ ਕੋਰਸਪੋਂਡਿੰਗ ਕੀ ਹੋ ਗਿਆ। ਸੋ ਤੁਸੀਂ ਦੇਖ ਸਕਦੇ ਹੋ ਬੇਟਾ ਦਿਸ ਇਜ਼ ਓਬਲੀਕ ਐਲਿਪਸ, ਇਹਦੀਆਂ ਐਕਸਿਸ ਜਿਹੜੀਆਂ x ਐਕਸਿਸ ਐਂਡ y ਐਕਸਿਸ ਦੇ ਨਾਲ ਕੋਇਨਸਾਈਡ ਨਹੀਂ ਕਰਦੀਆਂ, ਸੈਮੀ ਮੇਜਰ ਐਂਡ ਸੈਮੀ ਮਾਈਨਰ ਐਕਸਿਸ ਇਸ ਤਰ੍ਹਾਂ ਦੀ ਨਹੀਂ ਹੈ ਕਿ ਇਹ ਮੇਨ ਐਕਸਿਸ ਦੇ ਨਾਲ ਕੋਇਨਸਾਈਡ ਕਰਦਾ। तो ਇਹਦੀ ਐਲਿਪਸ ਦੀ ਜਿਹੜੀ ਐਕਸਿਸ ਹੈ that is inclined at a angle theta with respect to the horizontal axis। So when phase difference is π/4 ਤਾਂ ਉਸ ਕੇਸ ਵਿੱਚ ਕੀ ਹੋ ਜਾਏਗਾ sin of 45 degree it is equal to 1/√2 and cos of phi it is also equal to 1/√2 ਦੇ ਬਰਾਬਰ ਹੋ ਜਾਏਗਾ। तो ਇਹਦੇ ਵਿੱਚ ਵੈਲਿਊ ਵਗੈਰਾ ਫਿਲ ਆਊਟ ਕਰਕੇ ਦੇਖੋ ਤਾਂ ਇਸ ਤਰ੍ਹਾਂ ਦੀ oblique ellipse ਦੀ ਇਕੁਏਸ਼ਨ ਆਉਂਦੀ ਹੈ ਬੇਟਾ whose axes are inclined at the to the two coordinate axis। so coordinate axis ਜਿਹੜੀਆਂ ਦਿੱਤੀਆਂ ਹੋਈਆਂ ਉਹਨਾਂ ਦੇ ਆਪਾਂ inclined ਹੋਵਾਂਗੇ। So अगर ਤੁਹਾਡਾ phase difference π/2 ਹੋ ਜਾਂਦਾ ਤਾਂ sin of 90 degree is equal to 1 and cos of 90 degree is equal to 0 ਤਾਂ ਉਸ ਕੇਸ ਦੇ ਵਿੱਚ ਪਿਓਰ ਐਲਿਪਸ ਦੀ ਇਕੁਏਸ਼ਨ ਆ ਜਾਂਦੀ ਜਿਹਦੀਆਂ ਐਕਸਿਸ ਜਿਹੜੀਆਂ ਕੋਆਰਡੀਨੇਟ ਐਕਸਿਸ ਦੇ ਨਾਲ ਕੋਇਨਸਾਈਡ ਕਰਦੀਆਂ ਨੇ। ਸਿਮੈਟ੍ਰੀਕਲ ਐਲਿਪਸ ਵੀ ਕਹਿੰਦੇ ਆ ਬੇਟਾ। ਸੋ ਸਿਮੈਟ੍ਰੀਕਲ ਐਲਿਪਸ ਜਿਹੜਾ ਤੁਸੀਂ ਹੁਣ ਤੱਕ ਪਲੱਸ 2 ਵਿੱਚ ਪੜ੍ਹਦੇ ਆ ਉਹ ਇਹ ਵਾਲਾ ਹੋਏਗਾ whose axes are parallel to the two coordinate axis as shown in the figure। तो ਇਹ ਤੁਹਾਡਾ ਸਿਮੈਟ੍ਰੀਕਲ ਐਲਿਪਸ ਹੋ ਜਾਏਗਾ। ਉਸ ਤੋਂ ਬਾਅਦ ਆ ਜਾਂਦਾ ਬੇਟਾ ਜਿਸ ਵੇਲੇ ਤੁਸੀਂ in the case the two simple harmonic motion are of the same amplitude, अगर दोनों simple harmonic motion ਦਾ amplitude भी same है just like x is equal to a sin omega t हो गया and y is also equal to a sin omega t। तो अगर दोनों ही motion same हो गए then x is equal to y हो गया और you can simply say ਆਪਣੇ ਕੋਲ ਕੀ ਹੋ ਗਿਆ a is equal to b ਦੇ ਬਰਾਬਰ ਹੋ ਗਿਆ। ਤਾਂ ਉਸ ਕੇਸ ਦੇ ਵਿੱਚ ਆਪਣਾ ਜਿਹੜਾ ਐਲਿਪਸ ਹੈ ਐਲਿਪਸ will reduce when a is equal to b उस केस ਦੇ ਵਿੱਚ ਕੀ ਹੋ ਜਾਏਗਾ x square plus y square is equal to a square ਦੀ ਇਕੁਏਸ਼ਨ ਆ ਜਾਏਗੀ which is equation of a circle। so ਅਗਰ ਦੋਨੋਂ ਸਿੰਪਲ ਹਾਰਮੋਨਿਕ ਮੋਸ਼ਨ ਸੇਮ ਟਾਈਮ ਪੀਰੀਅਡ ਐਂਡ ਸੇਮ ਐਂਪਲੀਟਿਊਡ ਦੇ ਰਹੇ ਤਾਂ ਅਲਟੀਮੇਟਲੀ ਤੁਹਾਡੇ ਕੋਲ ਇੱਕ ਸਰਕਲ ਬਣੇਗਾ। तो ਤੁਸੀਂ ਇਹ ਚੀਜ਼ਾਂ ਕਿੱਥੇ ਚੈੱਕ ਕਰ ਸਕਦੇ ਹੋ ਬੇਟਾ, ਇਹ ਚੀਜ਼ਾਂ ਤੁਸੀਂ ਚੈੱਕ ਕਰ ਸਕਦੇ ਹੋ ਲੈਟਿਸ ਡਾਇਨਾਮਿਕਸ ਐਕਸਪੈਰੀਮੈਂਟ ਦੇ ਵਿੱਚ। ਲੈਟਿਸ ਡਾਇਨਾਮਿਕਸ ਇੱਕ ਐਕਸਪੈਰੀਮੈਂਟ ਹੁੰਦਾ ਤੁਸੀਂ ਗੂਗਲ ਦੇ ਉੱਪਰ ਸਰਚ ਕਰਕੇ ਦੇਖ ਸਕਦੇ ਹੋ। ਐਲਸੀ ਆਸੀਲੇਟਰ ਦੇ ਕੇਸ ਵਿੱਚ ਲੈਟਿਸ ਡਾਇਨਾਮਿਕਸ ਦਾ ਇੱਕ ਐਕਸਪੈਰੀਮੈਂਟ ਡਿਜ਼ਾਈਨ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਜਦੋਂ ਤੁਸੀਂ ਫੇਜ਼ ਡਿਫਰੈਂਸ ਇੰਟਰੋਡਿਊਸ ਕਰਦੇ ਹੋ ਅਗਰ phi = 0 ਹੈ ਤਾਂ ਤੁਹਾਡੇ ਕੋਲ ਇੱਕ ਸਟ੍ਰੇਟ ਲਾਈਨ ਬਣੇਗੀ। ਅਗਰ phi = π/4 ਹੋ ਗਿਆ ਤਾਂ ਤੁਹਾਡੇ ਕੋਲ ਕੀ ਹੋ ਜਾਏਗਾ ਓਬਲੀਕ ਐਲਿਪਸ ਬਣੇਗਾ। ਅਗਰ ਤੁਸੀਂ ਫੇਜ਼ ਡਿਫਰੈਂਸ ਵਧਾਉਣ ਦੀ ਕੋਸ਼ਿਸ਼ ਕਰਦੇ ਹੋ ਜਸਟ ਲਾਈਕ ਟਰਨਿੰਗ ਆਊਟ ਦੀ ਨੌਬ, ਅਗਰ ਤੁਸੀਂ ਨੌਬ ਨੂੰ ਘੁਮਾਓਗੇ ਤਾਂ ਪਹਿਲਾਂ ਫੇਜ਼ ਡਿਫਰੈਂਸ 0 ਅਗਰ ਉਸ ਤੋਂ ਬਾਅਦ ਹੋ ਸਕਦਾ ਜਿੱਦਾਂ ਤੁਸੀਂ ਫੇਜ਼ ਡਿਫਰੈਂਸ ਵਧਾਉਣ ਦੀ ਗੱਲ ਕਰੋਗੇ ਤਾਂ ਅਲਟੀਮੇਟਲੀ ਤੁਹਾਡੇ ਕੋਲ ਇੱਕ ਓਬਲੀਕ ਐਲਿਪਸ ਬਣੇਗਾ, ਇੱਕ ਸਰਕਲ ਬਣੇਗਾ, ਇੱਕ ਤੁਹਾਡੇ ਕੋਲ ਸਿਮੈਟ੍ਰੀਕਲ ਐਲਿਪਸ ਬਣੇਗਾ ਔਰ ਓਬਲੀਕ ਐਲਿਪਸ ਦੀ ਡਾਇਰੈਕਸ਼ਨ ਚੇਂਜ ਹੋਏਗੀ। ਤਾਂ ਸਾਰੀ ਜਿਹੜੀ ਸ਼ੇਪਸ ਹੈ ਲਸਾਜਸ ਫਿਗਰ ਕਿਹਾ ਜਾਂਦਾ ਬੇਟਾ ਇਹਨਾਂ ਨੂੰ। ਜਦੋਂ ਤੁਸੀਂ ਦੋ ਸਿੰਪਲ ਹਾਰਮੋਨਿਕ ਮੋਸ਼ਨ ਨੂੰ ਕਲੱਬ ਕਰਨ ਦੀ ਗੱਲ ਕਰੋਗੇ ਤਾਂ ਤੁਸੀਂ ਇਸ ਐਕਸਪੈਰੀਮੈਂਟ ਇਹ ਜਿਹੜਾ ਡਾਟਾਬੇਸ ਹੈ ਇਹ ਤੁਸੀਂ ਦੇਖ ਸਕਦੇ ਹੋ ਔਨ ਏ ਲੈਟਿਸ ਡਾਇਨਾਮਿਕਸ ਐਕਸਪੈਰੀਮੈਂਟ। तो गूगल ਦੇ ਉੱਪਰ ਅਵੇਲੇਬਲ ਹੋਏਗਾ, ਚੈੱਕ ਕਰਕੇ ਦੇਖ ਲੈਣਾ। YouTube ਦੇ ਉੱਪਰ ਵੀ ਕਿਸੇ ਨਾ ਕਿਸੇ ਨੇ ਬਣਾ ਕੇ ਪਾਇਆ ਹੋਵੇਗਾ। ਮੈਂ ਐਕਸਪੈਰੀਮੈਂਟ ਖੁਦ ਕੀਤਾ ਹੋਇਆ ਐਮਐਸਸੀ ਦੇ ਵਿੱਚ। ਸੋ ਐਮਐਸਸੀ ਦੇ ਸਟੂਡੈਂਟਸ ਨੂੰ ਐਕਸਪੈਰੀਮੈਂਟ ਖਾਸ ਕਰਕੇ ਕਰਵਾਇਆ ਜਾਂਦਾ ਹੈ ਕਿਉਂਕਿ ਸਿੰਪਲ ਜਿਹਾ ਅਪਰੇਟਸ ਹੈ, ਜ਼ਿਆਦਾ ਕੋਈ ਔਖਾ ਕੰਮ ਨਹੀਂ ਹੈ, ਸਾਰਾ ਕੁਝ ਲੱਗਾ ਲਗਾਇਆ ਹੁੰਦਾ। ਤੁਸੀਂ ਸਿਰਫ ਨੌਬ ਟਰਮਸ ਕਰਕੇ ਦੇਖਣੀਆਂ ਹੁੰਦੀਆਂ। ਸਿੰਬੋਲਿਕ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਤੁਹਾਨੂੰ ਆਲਰੇਡੀ ਦੱਸ ਦਿੱਤੀ ਹੈ। So when phi is equal to 3π/4 आ जाएगा बेटा that is sin of phi divided by 1/√2। तो उसके अंदर इसकी हो जाएगा cos of phi 1/√2। so this is pi minus π/4 हो जाएगा बेटा। तो सेकंड क्वाड्रेंट है, सेकंड क्वाड्रेंट ਦੇ ਵਿੱਚ ਕੀ ਹੋ ਜਾਏਗਾ so all school to college so all the corresponding सारे पॉजिटिव है। सेकंड क्वाड्रेंट ਦੇ ਵਿੱਚ सिर्फ sin पॉजिटिव होएगा, इसका k पॉजिटिव आ गया। थर्ड क्वाड्रेंट ਦੇ ਵਿੱਚ tan पॉजिटिव होएगा एंड लास्ट ਵਿੱਚ cos पॉजिटिव ਹੁੰਦਾ ਹੈ। ਇਸ ਕਰਕੇ ਸੈਕੰਡ ਕੁਆਡਰੈਂਟ ਦੀ ਗੱਲ ਹੋ ਰਹੀ ਹੈ ਤਾਂ 1/√2 ਐਂਡ -1/√2 ਆਏਗਾ। ਠੀਕ ਹੈ ਜੀ। ਸੋ ਇਸ ਦੀ ਵੈਲਿਊ ਅਗਰ ਆਪਾਂ ਆਪਣੀ ਮੇਨ ਇਕੁਏਸ਼ਨ ਦੇ ਵਿੱਚ ਫਿਲ ਆਊਟ ਕਰਾਂਗੇ ਤਾਂ ਓਬਲੀਕ ਐਲਿਪਸ ਆਏਗਾ, ਲੇਕਿਨ ਇਹਦੀ ਜਿਹੜੀ ਐਕਸਿਸ ਹੋਣੀ ਹੈ ਜਿਹੜੀ ਇਹਦੀ ਐਕਸਿਸ ਹੋਏਗੀ that will be inverted as compared to π/4। ਠੀਕ ਹੈ ਜੀ।
तो अल्टीमेटली ਜਿਹੜੀ oblique ellipse ਬਣੇਗਾ ਆਪਣੇ ਕੋਲ when phi is equal to pi ਤਾਂ ਉਸ ਕੇਸ ਦੇ ਵਿੱਚ ਕੀ ਹੋ ਜਾਏਗਾ cos sin of n pi is equal to 0 because sin of pi 2 pi 3 pi 4 pi ਸਾਰੇ 0 ਹੁੰਦੇ ਆ एंड cos of n pi ਕੀ ਹੁੰਦਾ ਬੇਟਾ -1 raised to power n ਦੇ ਬਰਾਬਰ ਹੁੰਦਾ ਹੈ ਤਾਂ ਉਹਦੀ ਕੋਰਸਪੋਂਡਿੰਗ ਤੁਸੀਂ ਚੈੱਕ ਕਰ ਸਕਦੇ ਹੋ when pi is equal to pi -1 raised to power 1 ਆ ਗਿਆ cos of pi is equal to -1 ਹੈ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਇਹਦੇ ਰਿਜ਼ਲਟ ਕੀ ਬਣੇਗਾ ਬੇਟਾ ਇਟ ਵਿਲ ਬੀ ਇਕੁਏਸ਼ਨ ਆਫ ਕੋਇਨਸੀਡੈਂਟ ਸਟ੍ਰੇਟ ਲਾਈਨਸ ਜਿਨ੍ਹਾਂ ਦੀ ਐਕਸਿਸ ਜਿਹੜੀ ਕੀ ਹੋਏਗੀ ਫਰਸਟ ਸੈਕੰਡ ਐਂਡ ਫੋਰਥ ਕੁਆਡਰੈਂਟ ਦੇ ਵਿੱਚ ਲਾਈ ਕਰੇਗੀ ठीक है जी for the cases when phi is equal to 5 pi by 4 3 pi by 2 7 pi by 4 and 2 pi students are advised to work out themselves however it may be pointed out that in these cases the figure representing the resultant simple harmonic motion will be traced out in the reverse order to as those shown in the figure 5.1.24 to 1.29 तो ਇਹ ਜਿਹੜੀ ਫਿਗਰ ਹੋਣੀ ਹੈ ਇਹਨਾਂ ਦੇ ਕੋਰਸਪੋਂਡਿੰਗ ਇਸ ਫੇਸ ਡਿਫਰੈਂਸ ਦੇ ਕੋਰਸਪੋਂਡਿੰਗ ਇਸ ਰਿਵਰਸ ਆਰਡਰ ਨੂੰ ਫੋਲੋ ਕਰਨਗੇ ਸਭ ਤੋਂ ਪਹਿਲਾਂ 1.29 ਆਏਗੀ ਉਸ ਤੋਂ ਬਾਅਦ 1.28 ਉਸ ਤੋਂ ਬਾਅਦ 1.27 ਐਂਡ ਸੋ ਔਨ ਸੋ ਉਸ ਤੋਂ ਬਾਅਦ ਆਉਂਦਾ ਹੈ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਸੋ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਐਂਟੋਨ ਲਿਸਾਜਸ devised a graphical method to obtain the results of two simple harmonic perpendicular motions acting on a particle. The path followed by the particle under the action of two such simple harmonic motion is called the Lissajous figure. So ਜਿਹੜੀ curves ਬਣੀ ਜਾਂਦੀ ਹੈ ਇਹਨਾਂ ਨੂੰ Lissajous figure ਹੀ ਕਿਹਾ ਜਾਂਦਾ ਹੈ We now proceed to obtain the Lissajous figure in case of the two perpendicular simple harmonic motions of different amplitude but of the same time period. ਇਹ ਚੀਜ਼ ਯਾਦ ਰੱਖਣਾ ਬੇਟਾ ਆਪਣੇ ਕੋਲ ਓਮੇਗਾ ਦੋਨਾਂ simple harmonic motion ਦੇ corresponding same ਹੈ whether one is acting along the x axis second one is along the y axis ਦੋਨਾਂ ਦੀ amplitude ਜ਼ਰੂਰ different ਹੈ ਦੋਨਾਂ ਵਿਚਕਾਰ phase difference ਵੀ ਲਾਈ ਕਰ ਸਕਦਾ ਹੈ phi ਲੇਕਿਨ ultimately ਦੋਨਾਂ ਦੀ frequency same ਹੈ लेकिन इस तो बाद ਆਪਾਂ ਇਹ ਨੈਕਸਟ ਵਾਲਾ ਆਰਟੀਕਲ ਜਿਹੜਾ ਆਏਗਾ ਜਿਹੜਾ ਆਪਾਂ ਕੱਲ ਕਰਾਂਗੇ ਉਹਦੇ ਵਿੱਚ ਕੀ ਆਏਗਾ ਉਹਦੇ ਵਿੱਚ ਜਿਹੜੀ ਫ੍ਰੀਕੁਐਂਸੀ ਹੈ ਦੈਟ ਇਜ਼ ਚੇਂਜ ਇੱਕ ਦੇ ਵਿੱਚ ਓਮੇਗਾ ਹੈ ਦੂਸਰੇ ਵਿੱਚ 2 ਟਾਈਮਸ ਓਮੇਗਾ ਹੈ तो दोनों विचकार फ्रीक्वेंसी डिफरेंस भी आएगा so when phase difference is equal to 0 then consider two simple harmonic motions of amplitude a and b and of the same time period suppose the simple harmonic motion of amplitude a is along the x axis and that of the amplitude b is along the y axis we know that simple harmonic motion may be defined as the projection of uniform circular motion along one of its diameters so ਇਹ ਜਿਹੜਾ simple harmonic motion ਹੈ ਮੈਂ ਸਟਾਰਟਿੰਗ ਦੇ ਵਿੱਚ ਹੀ ਦੱਸ ਚੁੱਕਿਆ ਬੇਟਾ ਇਹਨੂੰ ਆਪਾਂ projection on the corresponding axis ਦੇ ਨਾਲ ਇੰਟਰਪ੍ਰੀਟ ਕਰ ਸਕਦੇ ਹਾਂ ठीक है अगर पार्टिकल ਤੁਹਾਡਾ ਸਰਕਲ ਦੇ ਉੱਪਰ ਮੂਵ ਕਰ ਰਿਹਾ ਸੀ ਤਾਂ ਆਪਾਂ ਸਟਾਰਟਿੰਗ ਦੇ ਵਿੱਚ ਹੀ ਕੀਤਾ ਸੀਗਾ ਕਿ ਪਾਰਟੀਕਲ ਜਿਹੜੀ ਪ੍ਰੋਜੈਕਸ਼ਨ ਹੈ ਔਨ ਦੀ y ਐਕਸਿਸ ਲੈ ਕੇ ਚੱਲੀਏ ਤਾਂ y ਦੀ ਐਕਸਿਸ ਇਕੁਅਲ ਟੂ a sin omega t ਆ ਜਾਂਦਾ ਹੈ ਉਹਦੀ ਕੋਰਸਪੋਂਡਿੰਗ ਤੁਹਾਡੇ ਕੋਲ ਪਾਰਟੀਕਲ ਮੂਵ ਕਰਦਾ ਸੀ ਉਹਨੂੰ ਆਪਾਂ ਕਹਿੰਦੇ ਸੀ ਕਿ ਪਾਰਟੀਕਲ ਦਾ ਮੋਸ਼ਨ ਅਲੋਂਗ ਦੀ ਸਰਕਲ ਚਾਹੇ ਸਿੰਪਲ ਹਾਰਮੋਨਿਕ ਮੋਸ਼ਨ ਨਹੀਂ ਹੈ ਲੇਕਿਨ ਉਹਦੀ ਜਿਹੜੀ ਪ੍ਰੋਜੈਕਸ਼ਨ ਹੈ ਉਹ ਸਿੰਪਲ ਹਾਰਮੋਨਿਕ ਮੋਸ਼ਨ ਨੂੰ ਕੋਰਸਪੋਂਡ ਕਰਦੀ ਹੈ ਇਹ ਚੀਜ਼ ਆਪਾਂ ਪਹਿਲਾਂ ਹੀ ਪੜ੍ਹੇ ਹੋ ਚੁੱਕੇ ਹਾਂ So likewise, simple harmonic motion of amplitude A is represented by the projection of uniform circular motion of the reference point particle P1 along the diameter parallel to x-axis, and that of amplitude B is represented by the projection of uniform circular motion along the diameter parallel to y-axis. So ਇਹਨਾਂ ਦੋਨਾਂ ਨੂੰ ਆਪਾਂ draw ਕਰਨ ਦੀ ਗੱਲ ਕਰਦੇ ਹਾਂ ਠੀਕ ਹੈ ਜੀ ਸੋ ਇਹ ਤੁਹਾਡੀ ਸਕਰੀਨ ਦੇ ਉੱਪਰ ਫਿਗਰ ਦਿੱਤੀ ਹੋਏਗੀ ਬੇਟਾ ਦਿੱਤੀ ਹੋਈ ਹੈ ਸੋ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਬੇਟਾ ਅਲਟੀਮੇਟਲੀ ਕੀ ਹੈ ਹੁਣ ਦੋਨੋਂ ਜਿਹੜੇ ਪਾਰਟੀਕਲ ਹੈ ਸੇਮ ਫੇਜ਼ ਦੇ ਵਿੱਚ ਐਕਟ ਕਰਦੇ ਪਏ ਐਸ ਦੀ ਟੂ ਸਿੰਪਲ ਹਾਰਮੋਨਿਕ ਮੋਸ਼ਨ ਆਰ ਇਨ ਦੀ ਸੇਮ ਆਫ ਸੇਮ ਫ੍ਰੀਕੁਐਂਸੀ ਔਰ ਸੇਮ ਟਾਈਮ ਪੀਰੀਅਡ ਦੀ ਰੈਫਰੈਂਸ ਪਾਰਟੀਕਲ ਮੂਵ ਔਨ these circles with the same angular frequency that in the anti-clockwise direction ਜਿਹੜੀ ਆਪਾਂ ਚੂਜ਼ ਕਰਕੇ ਚੱਲੇ so now the phase difference between the two simple harmonic motion is 0 so therefore at t is equal to 0 reference particle p1 will be at the point y prime of circle 1 and p2 at this point x of the circle 2 so ਇਸ ਕੇਸ ਦੇ ਵਿੱਚ ਆਪਾਂ ਚੈੱਕ ਕਰ ਸਕਦੇ ਹਾਂ ਬੇਟਾ ਆਪਣੇ ਕੋਲ ਮੰਨ ਕੇ ਚੱਲਦੇ ਕਿ ਇਹ ਪਾਰਟੀਕਲ ਜਿਹੜਾ ਆਪਾਂ ਇੱਥੇ ਲਿਖਿਆ ਹੋਏਗਾ ਹਾਂਜੀ ਸੋ ਇਹਨਾਂ ਕੇਸ ਵਿੱਚ ਕੀ ਹੈ ਬੇਟਾ ਆਪਾਂ ਮੰਨ ਕੇ ਚੱਲਦੇ ਕਿ ਸਟਾਰਟਿੰਗ ਦੇ ਵਿੱਚ ਜਿਹੜਾ ਪਾਰਟੀਕਲ ਹੈ ਇਸ ਸਰਕਲ ਦੇ ਵਿੱਚ ਅਗਰ ਐਂਟੀ ਕਲੌਕਵਾਈਜ਼ ਮੂਵ ਕਰਦਾ ਹੈ ਤਾਂ ਸਟਾਰਟਿੰਗ ਦੇ ਜਿਹੜਾ ਪਾਰਟੀਕਲ ਹੈ ਇਟ ਇਜ਼ ਐਟ ਦੀ ਪੁਆਇੰਟ P1 ਦਿੱਤਾ ਹੋਇਆ ਸੋ P1 ਪੁਆਇੰਟ ਆ ਜਾਏਗਾ ਤੁਹਾਨੂੰ ਕਲੀਅਰ ਵਿਜ਼ੀਬਲ ਹੋਏਗਾ ਸੋ ਸਟਾਰਟਿੰਗ ਦੇ ਵਿੱਚ ਜਿੱਥੇ ਪਾਰਟੀਕਲ ਸਟਾਰਟ ਕਰ ਰਿਹਾ ਇੱਥੇ P1 ਹੈ ਐਂਡ ਇਸ ਸਰਕਲ ਦੇ ਉੱਪਰ ਕੀ ਹੈ ਬੇਟਾ ਇੱਥੇ P2 ਦੇ ਕੋਰਸਪੋਂਡਿੰਗ ਪਾਰਟ ਲਾਈ ਕਰ ਰਿਹਾ ਐਂਡ ਇਹਦੀ ਵੀ ਪ੍ਰੋਜੈਕਸ਼ਨ ਹੈ ਔਨ ਦੀ y ਐਕਸਿਸ ਦਿੱਤੀ ਹੋਈ ਹੈ ਬੇਟਾ ਦੈਟ ਇਜ਼ ON2 ਇਹਦੀ ਜਿਹੜੀ ਪ੍ਰੋਜੈਕਸ਼ਨ ਹੈ ਔਨ ਦੀ ਐਕਸਿਸ ਦੈਟ ਇਜ਼ ON1 ਠੀਕ ਹੈ ਜੀ ਸੋ ਦੋਨੋਂ ਦੀ ਪ੍ਰੋਜੈਕਸ਼ਨ ਦਿੱਤੀ ਹੋਈ ਹੈ ठीक है बेटा सो ये चीज चेक कर लेना बेटा एक अपने दोनों के विचकार जेड़ा फेज डिफरेंस है वो फाई दे कोरस्पोंडिंग जेड़ा ਦਿੱਤਾ ਹੋਇਆ ਸੀ दैट इज 0 दोनों ही सिंपल हार्मोनिक मोशन एक्ट करते हैं
So divide the उसको divide the circumference of the circle 1 and 2 in 8 equal parts. ਹੁਣ ਇਸ ਚੀਜ਼ ਨੂੰ ਆਪਾਂ 8 equal part ਦੇ ਵਿੱਚ divide ਕਰ ਦਿੰਦੇ ਹਾਂ. So 0 1 2 3 4 5 6 7 and 8. So ਹਰੇਕ ਕੁਆਡਰੈਂਟ ਨੂੰ ਆਪਾਂ ਕੀ ਕਰਦੇ ਹਾਂ ਤਿੰਨ ਪਾਰਟ ਚ ਡਿਵਾਈਡ ਕਰ ਦਿੰਦੇ ਹਾਂ, ਸਟਾਰਟਿੰਗ, ਐਂਡਿੰਗ ਐਂਡ ਇਨ ਬਿਟਵੀਨ. ਸੋ ਹਰੇਕ ਕੁਆਡਰੈਂਟ ਦੇ ਸੈਂਟਰ ਦੇ ਵਿੱਚ ਇੱਕ ਲਾਈਨ ਲਗਾਈ ਹੋਈ ਹੈ. ਸੋ ਜਿਹਦੇ ਕਰਕੇ ਆਪਣੇ ਕੋਲ ਕੀ ਕਿੰਨੇ ਕੰਪੋਨੈਂਟ ਹੋ ਜਾਂਦੇ ਬੇਟਾ 8 ਕੰਪੋਨੈਂਟਸ ਹੋ ਜਾਂਦੇ. ਸਿਮਿਲਰਲੀ ਇੱਥੇ 1 0 1 2 0 1 2 3 4 5 6 7 8. ਸੋ ਯਾਦ ਰੱਖਣਾ ਬੇਟਾ ਆਪਾਂ ਪਰਪੈਂਡੀਕੂਲਰ ਸਿੰਪਲ ਹਾਰਮੋਨਿਕ ਮੋਸ਼ਨ ਲੈ ਕੇ ਚੱਲੇ ਹੋਏ ਆ. ਇਸੇ ਕਰਕੇ ਆਪਣੇ ਕੋਲ ਕੀ ਹੈ ਇਹਦੀ ਜਿਹੜੀ 0 ਹੈ ਇਹਦੀ 0 ਆਪਾਂ x ਐਕਸਿਸ ਦੇ ਕੋਰਸਪੋਂਡਿੰਗ ਲਈ ਹੋਈ ਹੈ, ਸੈਕੰਡ ਸਰਕਲ ਦੇ ਕੋਰਸਪੋਂਡਿੰਗ, ਐਂਡ ਜਿਹੜਾ ਫਸਟ ਸਰਕਲ ਹੈ ਉਹਦੀ ਜਿਹੜੀ 0 ਹੈ ਆਪਾਂ ਕਿੱਥੇ ਲਈ ਹੋਈ ਹੈ ਬੇਟਾ y ਐਕਸਿਸ ਦੇ ਅਕੋਰਡਿੰਗ. ਸੋ ਇੱਕ ਦੀ y ਐਕਸਿਸ ਦੇ ਅਕੋਰਡਿੰਗ ਮੋਸ਼ਨ ਹੈ, ਇੱਕ ਦਾ x ਐਕਸਿਸ ਦੇ ਅਕੋਰਡਿੰਗ ਮੋਸ਼ਨ ਹੈ. ਇੱਕ ਦੀ ਪ੍ਰੋਜੈਕਸ਼ਨ y ਐਕਸਿਸ ਤੇ ਹੋਏਗੀ, ਇੱਕ ਦੂਸਰੀ ਦੀ ਪ੍ਰੋਜੈਕਸ਼ਨ x ਐਕਸਿਸ ਦੇ ਕੋਰਸਪੋਂਡਿੰਗ ਹੋਏਗੀ. ठीक है जी. सो एट टाइम t इक्वल टू 0 ਆਪਾਂ ਇਹਨੂੰ ਕਿਸੇ ਕੋਲ ਕੰਸੀਡਰ ਕਰਾਂਗੇ t टाइम t इक्वल टू 0 t1 ਦੇ ਕੋਰਸਪੋਂਡਿੰਗ. ਤਾਂ ਅਲਟੀਮੇਟਲੀ ਆਪਣੇ ਕੋਲ 8 ਪੁਆਇੰਟ ਹੋ ਗਏ. ਇਹਦੇ ਕੋਰਸਪੋਂਡਿੰਗ ਆਪਾਂ ਕੀ ਲੈ ਕੇ ਚੱਲਾਂਗੇ t/8 t इक्वल टू 0 t/8 2t/8 3t/8 4t/8 5t/8 6t/8 7t/8 and 8t/8. ਸੋ ਟਾਈਮ ਪੀਰੀਅਡ ਨੂੰ ਆਪਾਂ 8 ਪਾਰਟਸ ਦੇ ਵਿੱਚ ਡਿਵਾਈਡ ਕਰ ਦਿੱਤਾ ਵੀ ਇਹ ਇੱਕ ਟਾਈਮ ਦੇ ਉੱਪਰ ਜਿਹੜਾ ਪਾਰਟੀਕਲ ਹੈ ਕਿੰਨਾ ਮੂਵ ਕਰ ਸਕਦਾ ਹੈ, ਕਿੰਨੇ ਟਾਈਮ ਦੇ ਵਿੱਚ ਕਿੰਨਾ ਮੂਵ ਕਰੇਗਾ, ਉਹਦੀ ਕੋਰਸਪੋਂਡਿੰਗ ਆਪਾਂ ਲਿਖਿਆ ਹੋਇਆ. ਸੋ 8t/8 ਲਿਖੋਗੇ ਤਾਂ ਟੋਟਲ ਟਾਈਮ ਪੀਰੀਅਡ ਆਪਣੇ ਕੋਲ ਆ ਜਾਏਗਾ. So throw the points x and x prime on the circle, draw dotted lines parallel to y axis and throw the points y and y prime on the circle to draw dotted lines parallel to the x axis. So the corresponding ਆਪਾਂ ਕੀ ਕਰਦੇ ਹਾਂ ਬੇਟਾ ਹੁਣ ਪਾਰਟੀਕਲ ਤੁਹਾਡੇ ਇਹਦੀ ਕੋਰਸਪੋਂਡਿੰਗ ਡਾਟਡ ਲਾਈਨਸ ਆਪਾਂ ਡਰਾ ਕਰਨ ਦੀ ਗੱਲ ਕਰਦੇ ਹਾਂ. ਜਿੱਥੇ 1 ਐਂਡ 3 ਆ ਉਹਦੇ ਕੋਰਸਪੋਂਡਿੰਗ ਡਾਟਡ ਲਾਈਨ ਲਗਾਓ, ਇਹਦੀ ਕੋਰਸਪੋਂਡਿੰਗ 5 ਐਂਡ 7 ਦੇ ਕੋਰਸਪੋਂਡਿੰਗ ਡਾਟਡ ਲਾਈਨ ਲਗਾਓ, x ਐਂਡ x ਪ੍ਰਾਈਮ ਦੇ ਕੋਰਸਪੋਂਡਿੰਗ ਡਾਟਡ ਲਾਈਨ ਤੁਸੀਂ ਲਗਾ ਸਕਦੇ ਹੋ. ਐਂਡ ਜਿਹੜੇ ਸਾਰੇ ਪੁਆਇੰਟਸ ਜਿਹੜੇ ਕੰਸੀਡਰ ਕੀਤੇ ਹੋਏ ਆ ਉਹਦੀ ਕੋਰਸਪੋਂਡਿੰਗ ਤੁਸੀਂ ਡਾਟਡ ਲਾਈਨ ਲਗਾਣੀ ਹੈ. ਸੋ 5 ਐਂਡ 7 ਕਵਰ ਹੋ ਗਏ, 6 ਕਵਰ ਹੋ ਗਿਆ ਬੇਟਾ, 2 ਕਵਰ ਹੋ ਗਿਆ, 1 ਐਂਡ 3 ਕਵਰ ਹੋ ਗਏ, 0 ਐਂਡ 8 4 ਐਂਡ 4 0 ਐਂਡ 8 ਕਵਰ ਹੋ ਗਏ. ਅਲਟੀਮੇਟਲੀ ਹੁਣ ਤੁਸੀਂ ਇਹਨਾਂ ਨੂੰ ਚੈੱਕ ਕਰ ਸਕਦੇ ਹੋ ਕਿ ਇਹਦੀ ਕੋਰਸਪੋਂਡਿੰਗ ਇਹ ਸਰਕਲ ਦੀ ਕੋਰਸਪੋਂਡਿੰਗ ਕੀ ਆਏਗਾ ਬੇਟਾ. ਅਲਟੀਮੇਟਲੀ ਇਹਦੇ ਕੋਰਸਪੋਂਡਿੰਗ 5 ਐਂਡ 7 ਦੀ ਕੋਰਸਪੋਂਡਿੰਗ ਜਿਹੜੀ ਡਾਟਡ ਲਾਈਨ ਲਗਾਓਗੇ, ਜਿੱਥੇ ਇਹ ਇੱਕ ਦੂਸਰੇ ਨੂੰ ਕੱਟ ਕਰਦੀਆਂ ਬੇਟਾ ਉਹਨਾਂ ਤੁਸੀਂ ਸਰਕੂਲਰ ਉਹਦੇ ਵਿੱਚ ਤੁਸੀਂ ਮਾਰਕ ਕਰ ਲਓਗੇ. ਅਲਟੀਮੇਟਲੀ ਜਿਹਦੇ ਇੱਥੇ 1 ਐਂਡ 3 ਹੈ, 1 ਐਂਡ 3 ਦੇ ਕੋਰਸਪੋਂਡਿੰਗ ਜਿੱਥੇ ਕ੍ਰਾਸ ਕਰਨਗੇ ਇੱਕ ਦੂਸਰੇ ਨੂੰ ਉਹਦੇ ਵਿੱਚ ਤੁਸੀਂ ਕ੍ਰਾਸ ਮਾਰਕ ਕਰੋਗੇ. ਜਿੱਥੇ ਤੁਹਾਡੇ ਕੋਲ ਕੀ ਆਇਆ ਬੇਟਾ 1 4 0 ਐਂਡ 8 ਆਇਆ ਤਾਂ ਆਪਸ ਵਿੱਚ ਜਿੱਥੇ ਕੋਇਨਸਾਈਡ ਕਰ ਰਹੇ ਆ ਤਾਂ ਉਹਨੂੰ ਵੀ ਕੋਰਸਪੋਂਡਿੰਗ ਆਪਾਂ ਕੀ ਕਰਾਂਗੇ ਉੱਥੇ ਮਾਰਕ ਕਰ ਲਾਂਗੇ. ਅਲਟੀਮੇਟਲੀ ਇਹ ਸਾਰੇ ਜਿਹੜੇ ਪੁਆਇੰਟ ਹੈਗੇ ਆ ਜਿੱਥੇ 6 ਐਂਡ 6 ਲਾਈ ਕਰਨਗੇ ਉਹ ਵੀ ਮਾਰਕ ਕਰਾਂਗੇ, ਜਿੱਥੇ 2 ਐਂਡ 2 ਲਾਈ ਕਰਨਗੇ ਉਹ ਵੀ ਮਾਰਕ ਕਰਾਂਗੇ. ਅਲਟੀਮੇਟਲੀ ਦੇ ਵਿਲ ਕੋਰਸਪੋਂਡ ਟੂ ਅ ਸਟ੍ਰੇਟ ਲਾਈਨ. ਠੀਕ ਹੈ ਜੀ. तो ਜਿੱਥੇ ਇੰਟਰਸੈਕਸ਼ਨ ਹੋਏਗਾ ਦੋਨੋਂ ਸਰਕਲਸ ਦਾ ਉਹਦੀ ਕੋਰਸਪੋਂਡਿੰਗ ਸਿੰਪਲ ਹਾਰਮੋਨਿਕ ਮੋਸ਼ਨ ਦਾ ਉਹਦੀ ਕੋਰਸਪੋਂਡਿੰਗ ਤੁਸੀਂ ਇਹਨਾਂ ਨੂੰ ਚੈੱਕ ਕਰੋਗੇ ਤਾਂ ਤੁਹਾਡੇ ਕੋਲ ਸਟ੍ਰੇਟ ਲਾਈਨ ਆਏਗੀ. So that under the action of two simple harmonic motion having a phase difference of phi is equal to 0, the particle describes the resultant simple harmonic motion along a straight line. The resultant amplitude की होगा a square plus b square the square root. If theta is the angle, the straight line graph makes with the x axis ਜਿਹੜਾ straight line graph है अगर ये angle theta बनाएगा with the x axis तो उसके ਜਿਹੜੀ tan theta होएगा that will turn out to be b divided by a ਦੇ ਬਰਾਬਰ ਆ ਜਾਏਗਾ. ਹੁਣ ਸਪੋਜ਼ ਕਰੋ ਤੁਹਾਡਾ ਫੇਜ਼ ਡਿਫਰੈਂਸ π/4 ਆ ਜਾਂਦਾ ਹੈ. ਠੀਕ ਹੈ ਜੀ. ਸੋ ਸਟਾਰਟਿੰਗ ਦੇ ਵਿੱਚ ਕੀ ਹੈ ਬੇਟਾ ਅਗਰ ਤੁਹਾਡੇ ਕੋਲ ਪਾਰਟੀਕਲ ਹੈ ਜਿਹੜਾ ਸਟਾਰਟਿੰਗ ਫੇਜ਼ ਹੁਣ ਇਹਨਾਂ ਦੋਨਾਂ ਵਿੱਚੋਂ ਅਗਰ ਫੇਜ਼ ਡਿਫਰੈਂਸ π/4 ਹੈ ਤਾਂ ਇਸ ਕੇਸ ਵਿੱਚ ਇੱਕ ਪਾਰਟੀਕਲ ਨੂੰ ਆਪਾਂ 0 ਤੋਂ ਸਟਾਰਟ ਕਰਾਂਗੇ, ਦੂਸਰੇ ਪਾਰਟੀਕਲ ਨੂੰ ਆਪਾਂ π/4 ਤੋਂ ਸਟਾਰਟ ਕਰਾਂਗੇ. ਸੋ ਇਹ ਬਸ ਇੰਨਾ ਕੀ ਫਰਕ ਹੋਏਗਾ. ਸੋ when suppose we represent the two simple harmonic motion, draw two circles 1 and 2 of radii a and b having o1 and o2 as their respective centers. Divide the circumference into 8 equal parts ਜਿਹੜਾ ਕਿ ਆਪਾਂ ਕਰ ਚੁੱਕੇ ਹਾਂ. Suppose the simple harmonic motion of amplitude a and leads the simple harmonic motion of amplitude b along the y axis by a phase angle of π/4. So ਆਹ ਵਾਲਾ ਜਿਹੜਾ ਪਾਰਟ ਹੈ ਜਿਹੜਾ x ਵਾਲਾ ਪਾਰਟ ਹੈ along axis ਜਿਹੜਾ ਹੈ तो ये बड़ा पार्ट ਜਿਹੜਾ ਤੁਹਾਡਾ ਇਹ ਲੀਡ ਕਰੇਗਾ π/4 ਦੇ ਨਾਲ ਇਸ ਚੀਜ਼ ਨੂੰ. ਠੀਕ ਹੈ ਜੀ. ਸੋ along the x axis ਜਿਹੜਾ ਹੈ ਮੋਸ਼ਨ ਹੈ that will be leading it will be with respect to y with that will be by π/4. So as such and while t at t is equal to 0 जो time t is equal to 0 ਹੋਵੇਗਾ ਤਾਂ reference particle p2 remains at point x. So ਤੁਸੀਂ ਦੇਖ ਸਕਦੇ ਹੋ ਬੇਟਾ ਸਟਾਰਟਿੰਗ ਦੇ ਵਿੱਚ ਕੀ ਹੋਏਗਾ ਇਹ ਪੁਆਇੰਟ 0 ਤੇ ਹੀ ਚੱਲੇਗਾ because a starting 0 ਤੋਂ ਕਰ ਰਿਹਾ ਹੈ ਲੇਕਿਨ ਜਿਹੜਾ ਫਰਸਟ ਪਾਰਟੀਕਲ ਹੈ ਉਹ ਪੁਆਇੰਟ ਕਿਤੋਂ ਸਟਾਰਟ ਕਰੇਗਾ ਇੱਥੋਂ p1 ਤੋਂ ਸਟਾਰਟ ਕਰ ਦੇਗਾ because ਇਹਦਾ ਇਨੀਸ਼ੀਅਲ ਫੇਜ਼ ਜਿਹੜਾ ਹੈ ਉਹ not p1 ਤੋਂ ਸਟਾਰਟ ਕਰੇਗਾ it will be starting from point a ਜਿਹੜਾ ਕਿ π/4 ਦੇ ਨਾਲ ਲੀਡ ਕਰਦਾ ਹੈ. ਠੀਕ ਹੈ ਜੀ. ਸੋ π/4 ਦਾ
ਜਿਹੜਾ ਇਨੀਸ਼ੀਅਲ ਫੇਜ਼ ਹੈ ਉਹਦੇ ਵਿੱਚ ਇੰਟਰੋਡਿਊਸ ਕਰ ਦਿੱਤਾ ਜਾਏਗਾ। Okay, let us call this point as A, starting from the point A on the circle 1 and point X on the circle 2, may number these parts as 0, 1, 2, 3 and so on. तो इसके corresponding इन्होंने मार्क करो बेटा, A की हो जाएगा बेटा 0, A को corresponding 1, A को corresponding 2, A3, A4, 5, 6, 7 and 8 आ गया। तो इसके corresponding की है इस जितो start किया थी 0, 1, 2, 3, 4, 5, 6, 7, 8 के corresponding इन्होंने मार्क कर लो and ultimately इन्होंने combine करने की कोशिश करो बेटा। Okay, throw the points x and x prime on the circle, draw dotted lines parallel to y axis and throw the points y and y prime on the circle 2, draw dotted lines along the lines parallel to x axis. These dotted lines will intersect so as to enclose a rectangle whose two sides are 2a and 2b respectively. ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ, ਇਹਨਾਂ ਦੀ corresponding dotted lines ਲਗਾਓ ਬੇਟਾ, ਜਿੱਥੇ ਇਹ 5 and 7 ਹੈ ਇਹ 5 and 7 ਆ ਜਾਏਗਾ, ਇਹਦਾ 5 and 7 ਕਿੱਥੇ ਕੋਇਨਸਾਈਡ ਕਰ ਰਿਹਾ, ਇਹ 5 5 ਨਾਲ ਕੋਇਨਸਾਈਡ ਕਰ ਰਿਹਾ। ਅਲਟੀਮੇਟਲੀ ਇਹਦੀ corresponding ਕੀ ਹੈ ਬੇਟਾ, ਇਹਦੇ corresponding ਆਪਣੇ ਕੋਲ ਰਿਜ਼ਲਟ ਆ ਜਾਣਗੇ, ਇਹ 7 ਹੈ, ਇਹ 7 ਦੇ corresponding 7 ਕੋਇਨਸਾਈਡ ਕਰ ਰਿਹਾ, ਇਹ 6 ਹੈ, 6 ਦੇ corresponding ਤੇ 6 ਕੋਇਨਸਾਈਡ ਕਰ ਰਿਹਾ। ਅਲਟੀਮੇਟਲੀ ਉਹਦੀ ਡਾਟਡ ਲਾਈਨਾਂ ਲਗਾਉਣੀ ਸ਼ੁਰੂ ਕਰ ਦਿਓ ਤਾਂ ਤੁਹਾਡੇ ਕੋਲ ਅਲਟੀਮੇਟਲੀ ਕੀ ਆਏਗਾ ਬੇਟਾ, ਐਲਿਪਸ ਆ ਜਾਏਗਾ। ਠੀਕ ਹੈ ਜੀ, ਲੇਕਿਨ ਇਹ ਕੀ ਹੋਏਗਾ, ਓਬਲੀਕ ਐਲਿਪਸ ਆਏਗਾ। तो सिमिलरली ਤੁਸੀਂ ਬਾਕੀਆਂ ਦੇ ਲਈ ਵੀ ਡਰਾ ਕਰ ਸਕਦੇ ਹੋ, ਅਗਰ ਤੁਹਾਡੇ ਕੋਲ ਫੇਸ ਐਂਗਲ π/2 ਕੋਰਸਪੋਂਡਿੰਗ ਆ ਜਾਂਦਾ ਹੈ ਤਾਂ ਉਸ ਕੇਸ ਦੇ ਵਿੱਚ ਵੀ ਕੀ ਹੋ ਜਾਏਗਾ, ਅਗਰ ਇੱਕ ਸਿੰਪਲ ਹਾਰਮੋਨਿਕ ਮੋਸ਼ਨ ਕਿਹੜਾ ਬੇਟਾ, ਅਗਰ ਇਹ 0 ਤੋਂ ਸਟਾਰਟ ਹੋ ਰਿਹਾ ਤਾਂ ਕਿੱਥੋਂ ਸਟਾਰਟ ਹੋਏਗਾ ਬੇਟਾ, ਇਹ ਵਾਲਾ ਇੱਥੋਂ ਸਟਾਰਟ ਨਹੀਂ ਹੋਏਗਾ, ਇਹ x ਵਾਲੀ ਪੋਜੀਸ਼ਨ ਤੋਂ ਸਟਾਰਟ ਹੋਏਗਾ ਬਿਕਾਜ਼ ਫੇਸ ਡਿਫਰੈਂਸ ਕਿੰਨਾ ਹੋ ਗਿਆ π/2। ਹੁਣ ਇਹਨੂੰ ਮੰਨ ਕੇ ਚੱਲੋ, ਇਥੋਂ 0 ਸਟਾਰਟ ਕਰੋ, 0 1 2 ਐਂਡ ਸੋ ਔਨ ਚਲੋ, ਇਹਦਾ ਵੀ 0 1 2 ਐਂਡ ਸੋ ਔਨ ਚਲੋ, ਇਹਦੇ ਕੋਰਸਪੋਂਡਿੰਗ ਜਿੱਥੇ 1 ਐਂਡ 1 ਸਟ੍ਰਾਈਕ ਕਰਦੇ ਆ ਉੱਥੇ 1 ਦਾ ਪੁਆਇੰਟ ਲਗਾ ਦਿਓ, ਜਿੱਥੇ 7 ਨਾਲ ਕੋਇਨਸਾਈਡ ਕਰਦਾ 7 ਦਾ ਪੁਆਇੰਟ ਲਗਾ ਦਿਓ, ਜਿੱਥੇ 2 ਕੋਇਨਸਾਈਡ ਕਰਦਾ 2 ਦਾ ਪੁਆਇੰਟ ਲਗਾ ਦਿਓ। ਸਾਰੇ ਅਗਰ ਤੁਸੀਂ ਜੁਆਇਨ ਕਰਨ ਦੀ ਗੱਲ ਕਰੋਗੇ ਤਾਂ ਅਲਟੀਮੇਟਲੀ ਤੁਹਾਡੇ ਕੋਲ ਕੀ ਆਏਗਾ, ਐਲਿਪਸ ਆਏਗਾ ਜਿਹਦੀ ਐਕਸਿਸ ਸਿਮੈਟ੍ਰੀਕਲ ਹੋਣਗੇ। तो इसी तरह सिमिलरली ਤੁਸੀਂ ਬਾਕੀ ਸਾਰਿਆਂ ਦੇ ਲਈ ਵੀ ਡਿਸਾਈਡ ਕਰ ਸਕਦੇ ਹੋ ਓਬਲੀਕ ਐਲਿਪਸ ਜਿਹੜੇ ਹੈਗੇ ਆ, ਜਿਨ੍ਹਾਂ ਦੀ ਜਿਹੜੀ ਐਕਸਿਸ ਜਿਹੜੀਆਂ ਫਰਸਟ ਐਂਡ ਥਰਡ ਸੈਕੰਡ ਐਂਡ ਫੋਰਥ ਕੁਆਡਰੈਂਟਸ ਲਾਈ ਕਰਦੀ ਹੈ ਜਾਂ ਸਟ੍ਰੇਟ ਲਾਈਨ ਜਿਹੜੀ ਸੈਕੰਡ ਐਂਡ ਫੋਰਥ ਕੁਆਡਰੈਂਟਸ ਲਾਈ ਕਰਦੀ, ਸਾਰੇ ਤੁਸੀਂ ਬਣਾ ਕੇ ਦੇਖ ਸਕਦੇ ਹੋ। ਠੀਕ ਹੈ ਬੇਟਾ, ਸੋ ਇਹਨੇ ਇੱਕ ਵਾਰੀ ਇਹ ਆਪਣੇ ਹੱਥ ਦੇ ਨਾਲ ਪ੍ਰੈਕਟਿਸ ਕਰਕੇ ਦੇਖ ਲਿਓ, ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਹੈਂਡਲ ਕਰ ਲਾਂਗੇ। ਬਾਕੀ ਅਦਰਵਾਈਜ਼ ਅੱਜ ਦਾ ਲੈਕਚਰ ਕੰਪਲੀਟ ਹੈ ਬੇਟਾ, ਸੀ ਯੂ ਨੈਕਸਟ ਟਾਈਮ। ਅਗਰ ਕੋਈ ਡਾਊਟਸ ਹੈਗਾ ਤਾਂ ਆਪਾਂ ਕਰ ਸਕਦੇ, ਦੱਸੋ।